ਹੁਣ ਅਸੀਂ ਆਪਣੀ ਪੋਲੀਟੀਕਲ ਸਾਇੰਸ ਦੀ ਕਲਾਸ ਦੇ ਵਿੱਚ ਸਟੇਟ ਆਫ ਨੇਚਰ ਬਾਰੇ ਹੌਬਸ ਦੇ ਵਿਚਾਰਾਂ ਦੇ ਬਾਰੇ ਪੜ੍ਹਦੇ ਹਾਂ ਜਾਂ ਪ੍ਰਕਿਰਤਿਕ ਹਾਲਤ ਦੇ ਬਾਰੇ ਹੌਬਸ ਦੇ ਵਿਚਾਰ ਕੀ ਨੇਗੇ ਜਾਂ ਫਿਰ ਕੁਦਰਤੀ ਅਵਸਥਾ ਸੰਬੰਧੀ ਹੌਬਸ ਨੇ ਜੋ ਸਿਧਾਂਤ ਪੇਸ਼ ਕੀਤਾ ਉਸ ਦੀ ਵਿਆਖਿਆ। ਤਾਂ ਵਿਲੱਖਣ ਬੁੱਧੀ ਦੇ ਮਾਲਕ ਥਾਮਸ ਹੌਬਸ ਦਾ ਜਨਮ ਮੈਲਮਸਬਰੀ ਦੇ ਸਥਾਨ 'ਤੇ ਹੋਇਆ। ਤਾਂ ਮੈਲਮਸਬਰੀ ਅਸਲ ਦੇ ਵਿੱਚ ਇੱਕ ਇੰਗਲੈਂਡ ਦਾ ਪ੍ਰਸਿੱਧ ਨਗਰ ਸੀ। ਤਾਂ ਹੌਬਸ ਦੇ ਪਿਤਾ ਇੱਕ ਪਾਦਰੀ ਸੀ। ਤਾਂ ਆਪਣੀ ਤੇਜ਼ ਬੁੱਧੀ ਦੇ ਸਹਾਰੇ ਹੌਬਸ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਕੀਤੀ। ਉਦੋਂ ਉਸਦੀ ਉਮਰ ਹੈ ਜਿਹੜੀ ਸਿਰਫ 20 ਸਾਲ ਸੀਗੀ। ਤਾਂ ਹੌਬਸ ਨੇ ਤਾਂ ਸਿਰਫ 15 ਸਾਲ ਦੀ ਉਮਰ ਦੇ ਵਿੱਚ ਹੀ ਕਈ ਯੂਨਾਨੀ ਅਤੇ ਲਾਤੀਨੀ ਗ੍ਰੰਥਾਂ ਦਾ ਵੀ ਅਨੁਵਾਦ ਜਿਹੜਾ ਏ ਉਹ ਕਰ ਦਿੱਤਾ ਸੀਗਾ। ਜਦੋਂ ਇੰਗਲੈਂਡ ਦੇ ਵਿੱਚ 1640 ਈਸਵੀ ਦੇ ਵਿੱਚ ਰਾਜੇ ਅਤੇ ਸੰਸਦ ਦੇ ਵਿਚਕਾਰ ਲੜਾਈ ਸ਼ੁਰੂ ਹੋ ਗਈ ਤਾਂ ਇਸ ਲੜਾਈ ਦੇ ਵਿੱਚ ਹੌਬਸ ਬਹੁਤ ਜ਼ਿਆਦਾ ਦੁਖੀ ਹੋਇਆ। ਉਸਨੇ ਰਾਜੇ ਦੇ ਹੱਕ ਵਿੱਚ ਪ੍ਰਚਾਰ ਕੀਤਾ ਤਾਂ ਰਾਜੇ ਦੀ ਹਾਰ ਹੋਣ ਦੇ ਪਿੱਛੋਂ ਹੌਬਸ ਨੂੰ ਇੰਗਲੈਂਡ ਸੀ ਛੱਡਣਾ ਪਿਆ। ਤਾਂ ਉਸ ਨੇ ਫਰਾਂਸ ਦੇ ਵਿੱਚ ਸ਼ਰਨ ਲੈ ਲਈ। ਤਾਂ ਫਰਾਂਸ ਵਿੱਚ ਉਹ ਜ਼ਿਆਦਾ ਦੇਰ ਨਾ ਰਹਿ ਸਕਿਆ। ਭਾਵੇਂ ਕਿ ਫਰਾਂਸ ਦੇ ਵਿੱਚ ਉਹ ਰਾਜਕੁਮਾਰ ਨੂੰ ਪੜ੍ਹਾਉਣ ਲੱਗ ਪਿਆ ਸੀਗਾ, ਪਰ ਫਿਰ ਵੀ ਫਰਾਂਸ ਵਿੱਚ ਠਹਿਰਾਓ ਦੇ ਦੌਰਾਨ ਉਸਨੇ ਆਪਣੀ ਜਿਹੜੀ ਬੁੱਕ ਲਵਿਅੰਥਮ ਲਿਖੀ ਸੀ। ਤਾਂ ਇਹ ਕਿਤਾਬ ਪ੍ਰਸਿੱਧ ਤਾਂ ਬਹੁਤ ਹੋਈ, ਪਰ ਇਸ ਕਿਤਾਬ ਦੇ ਵਿੱਚ ਹੌਬਸ ਵੱਲੋਂ ਰੋਮਨ ਚਰਚ ਦੀ ਕੀਤੀ ਗਈ ਆਲੋਚਨਾ ਦੇ ਕਾਰਨ ਫਰਾਂਸ ਦੀ ਜਨਤਾ ਉਸਦੇ ਵਿਰੁੱਧ ਹੋ ਗਈ ਸੀ, ਜਿਸ ਕਰਕੇ ਉਸਨੂੰ ਫਰਾਂਸ ਤੋਂ ਆਪਣੀ ਜਾਨ ਬਚਾ ਕੇ ਭੱਜਣਾ ਪਿਆ ਸੀ। ਤਾਂ ਫਰਾਂਸ ਤੋਂ ਭੱਜ ਕੇ ਮੁੜ ਹੌਬਸ ਇੰਗਲੈਂਡ ਆ ਗਿਆ। ਉਸ ਤੋਂ ਬਾਅਦ ਹੈ ਜੀ ਸਟੇਟ ਆਫ ਨੇਚਰ, ਕੁਦਰਤੀ ਅਵਸਥਾ ਸੰਬੰਧੀ ਹੌਬਸ ਦੇ ਵਿਚਾਰ। ਹੌਬਸ ਵਿਊ ਔਨ ਸਟੇਟ ਆਫ ਨੇਚਰ। ਤਾਂ ਕੁਦਰਤੀ ਅਵਸਥਾ ਸੰਬੰਧੀ ਵਿਚਾਰ ਪੇਸ਼ ਕਰਦਿਆਂ ਹੌਬਸ ਨੇ ਕਿਹਾ, ਜਦੋਂ ਰਾਜ ਹੋਂਦ ਵਿੱਚ ਨਹੀਂ ਆਇਆ ਸੀ ਉਦੋਂ ਲੋਕ ਕੁਦਰਤੀ ਅਵਸਥਾ ਦੇ ਵਿੱਚ ਰਹਿੰਦੇ ਹੁੰਦੇ ਸੀ। ਉਸ ਸਮੇਂ ਕਾਨੂੰਨ ਦੀ ਅਣਹੋਂਦ ਹੋਣ ਦੇ ਕਾਰਨ ਕਿ ਉਦੋਂ ਕਾਨੂੰਨ ਦੀ ਕੋਈ ਹੋਂਦ ਨਹੀਂ ਹੁੰਦੀ ਸੀਗੀ, ਤਾਂ ਸਾਰੇ ਲੋਕ ਸੀ ਜਿਹੜੇ ਆਪੋ ਆਪਣੀ ਮਰਜ਼ੀ ਕਰਦੇ ਹੁੰਦੇ, ਜਿਹਦਾ ਦਾਅ ਲੱਗਦਾ ਹੁੰਦਾ ਸੀ ਉਹ ਆਪਣਾ ਦਾਅ ਚਲਾ ਜਾਂਦਾ ਸੀ। ਤਾਂ ਮਨੁੱਖਾਂ ਦੇ ਵਿੱਚ ਉਸ ਸਮੇਂ ਬੇਈਮਾਨੀ, ਖੁਦਗਰਜੀ ਬਹੁਤ ਜ਼ਿਆਦਾ ਭਾਰੂ ਸੀ। ਤਾਂ ਹਰ ਕਿਸੇ ਨੂੰ ਹੀ ਇੱਕ ਦੂਜੇ ਤੋਂ ਜਾਨ ਦਾ ਖਤਰਾ ਬਣਿਆ ਰਹਿੰਦਾ ਸੀ। ਤਾਂ ਜਿਸ ਦੀ ਲਾਠੀ ਉਸ ਦੀ ਮੱਝ, ਜਿਵੇਂ ਅਸੀਂ ਪੰਜਾਬੀ ਦੇ ਵਿੱਚ ਕਹਾਵਤ ਪੜ੍ਹਦੇ ਹਾਂ, ਤਾਂ ਉਹ ਗੱਲ ਹੋ ਰਹੀ ਸੀ, ਜਿਸ ਦੀ ਲਾਠੀ ਉਸ ਦੀ ਮੱਝ। ਤਾਂ ਹਰ ਕੋਈ ਸ਼ਕਤੀ ਨੂੰ ਆਪਣਾ ਅਧਿਕਾਰ ਸਮਝਦਾ ਸੀ। ਤਾਂ ਕੁਦਰਤੀ ਅਵਸਥਾ ਦੇ ਸੰਬੰਧੀ ਵੇਰਵਾ ਦਿੰਦੇ ਹੋਏ ਹੌਬਸ ਨੇ ਲਿਖਿਆ ਕਿ ਕੁਦਰਤੀ ਅਵਸਥਾ ਦੇ ਵਿੱਚ ਕਿਸੇ ਇਹੋ ਜਿਹੀ ਸਾਂਝੀ ਸ਼ਕਤੀ ਤੋਂ ਬਿਨਾਂ ਹੀ ਲੋਕ ਰਹਿੰਦੇ ਸੀ ਜਿਹੜੀ ਉਹਨਾਂ ਨੂੰ ਡਰਾ ਕੇ ਰੱਖ ਸਕੇ। ਤਾਂ ਉਹ ਯੁੱਧ ਦੀ ਹਾਲਤ ਦੇ ਵਿੱਚ ਰਹਿੰਦੇ ਸੀ ਅਤੇ ਹਰ ਵਿਅਕਤੀ ਦੂਜੇ ਵਿਅਕਤੀ ਦੇ ਵਿਰੁੱਧ ਲੜਦਾ ਰਹਿੰਦਾ ਸੀ। ਉਹਨਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਕੁਦਰਤੀ ਅਵਸਥਾ ਦੇ ਵਿੱਚ ਰਹਿੰਦੇ ਮਨੁੱਖ ਵਿੱਚ ਨਾ ਤਾਂ ਕੋਈ ਕਲਾ ਸੀ ਅਤੇ ਨਾ ਹੀ ਉਹਦਾ ਇਸ ਪਾਸੇ ਵੱਲ ਕੋਈ ਧਿਆਨ ਸੀਗਾ। ਤਾਂ ਇਸ ਦੇ ਨਾਲ ਹੀ ਕੁਦਰਤੀ ਅਵਸਥਾ ਦੇ ਵਿੱਚ ਨਾ ਕੋਈ ਵੱਡੀ ਇਮਾਰਤ ਸੀ, ਨਾ ਸੱਭਿਆਚਾਰ ਸੀ, ਨਾ ਹੀ ਜਹਾਜ਼ ਜਾਂ ਕੋਈ ਵੱਡੀਆਂ ਇਮਾਰਤਾਂ ਸੀਗੀਆਂ। ਤਾਂ ਅੱਗੇ ਚੱਲ ਕੇ ਹੌਬਸ ਕੁਦਰਤੀ ਅਵਸਥਾ ਦੇ ਸੰਬੰਧੀ ਕਹਿੰਦੇ ਨੇ ਕਿ ਇਹ ਕੁਦਰਤੀ ਅਵਸਥਾ ਦੇ ਵਿੱਚ ਜੀਵਨ ਗਰੀਬ, ਗੰਦਾ ਅਤੇ ਕਠੋਰ ਸੀਗਾ। ਇਸ ਦੇ ਵਿੱਚ ਹੀ ਮਨੁੱਖ ਲੰਬੀ ਜ਼ਿੰਦਗੀ ਨਹੀਂ ਜਿਉਂਦਾ ਸੀ। ਤਾਂ ਹਰ ਪਾਸੇ ਅਰਾਜਕਤਾ ਦਾ ਹੀ ਬੋਲਬਾਲਾ ਸੀ। ਤਾਂ ਉਸ ਸਮੇਂ ਜਿਹੜਾ ਸੀ ਮਨੁੱਖ ਇਹੀ ਸੋਚਦਾ ਸੀ ਕਿ ਜੋ ਕੁਝ ਲੁੱਟ ਸਕੇ ਲੁੱਟ ਲਵੋ, ਜੋ ਕੁਝ ਕਰ ਸਕਦੇ ਹੋ ਕਰ ਲਓ, ਜੇ ਕਿਸੇ ਨੂੰ ਮਾਰਨਾ ਚਾਹੁੰਦੇ ਹੋ ਤਾਂ ਮਾਰ ਦਿਓ। ਵੀ ਇੱਦਾਂ ਦੀ ਅਵਸਥਾ ਸੀ ਵੀ ਕੋਈ ਕਿਸੇ 'ਤੇ ਕੋਈ ਦਇਆ ਨਹੀਂ ਕਰਦਾ ਸੀ, ਕੋਈ ਤਰਸ ਨਹੀਂ ਕਰਦਾ ਸੀ। ਸਾਰੇ ਜਦੋਂ ਇੱਕ ਦੂਜੇ ਨੂੰ ਜੀਅ ਕਰਦਾ ਸੀ ਮਾਰ ਦਿੰਦੇ ਸੀਗੇ, ਠੀਕ ਆ, ਜੀਅ ਕਰਦਾ ਸੀ ਲੁੱਟ ਲੈਂਦੇ ਸੀ ਕੁਝ ਵੀ। ਤਾਂ ਕੁਦਰਤੀ ਅਵਸਥਾ ਜਿਹੜੀ ਹੈ ਉਹਦੇ ਵਿੱਚ ਮਨੁੱਖ ਜੰਗਲਾਂ ਦੇ ਵਿੱਚ ਰਹਿੰਦਾ ਸੀ, ਉਸ ਉੱਪਰ ਜੰਗਲ ਦੇ ਹੀ ਕਾਨੂੰਨ ਲਾਗੂ ਹੁੰਦੇ ਸੀ। ਕੁਦਰਤੀ ਅਵਸਥਾ ਦੇ ਵਿੱਚ ਸਹੀ ਅਤੇ ਗਲਤ ਕੰਮ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਸੀਗਾ। ਅਸਲ ਵਿੱਚ ਉਸ ਸਮੇਂ ਸਹੀ ਅਤੇ ਗਲਤ ਦੇ ਕੰਮਾਂ ਦੇ ਵਿੱਚ ਅੰਤਰ ਕਰਨ ਵਾਲੀ ਕੋਈ ਸ਼ਕਤੀ ਹੀ ਨਹੀਂ ਸੀ ਅਤੇ ਨਾ ਹੀ ਕੋਈ ਨਿਯਮ ਸੀ, ਕਿਉਂਕਿ ਨਿਯਮ ਬਣਾਉਣ ਵਾਲਾ ਵੀ ਉਸ ਸਮੇਂ ਕੋਈ ਨਹੀਂ ਸੀਗਾ। ਤਾਂ ਹੌਬਸ ਦੇ ਅਨੁਸਾਰ ਉਸ ਸਮੇਂ ਨਿਆਂ ਅਤੇ ਅਨਿਆਂ ਨਹੀਂ ਹੋ ਸਕਦਾ ਸੀ। ਭਾਵੇਂ ਉਸ ਸਮੇਂ ਕਾਨੂੰਨ ਦੀ ਹੋਂਦ ਨਹੀਂ ਸੀ, ਪਰ ਜਿਹੜੇ ਹੈਗੇ ਨਿਆਂ, ਨਿਯਮ, ਕਾਨੂੰਨ ਦਾ ਸ਼ਾਸਨ ਦੇ ਵਿੱਚ ਹੀ ਸੰਭਵ ਹੁੰਦਾ। ਦੇਖ, ਤਾਂ ਡਾਕਟਰ ਹੌਬਸ ਦਾ ਕਹਿਣਾ ਹੈ ਕਿ ਹਰੇਕ ਮਨੁੱਖ ਜਾਂ ਹਰੇਕ ਆਦਮੀ ਦੇ ਲਈ ਉਹ ਚੀਜ਼ ਉਸਦੀ ਹੋ ਸਕਦੀ ਹੈ ਜਿਸ ਨੂੰ ਉਹ ਪ੍ਰਾਪਤ ਕਰ ਸਕਦਾ ਅਤੇ ਤਦ ਹੀ ਉਹ ਆਪਣੇ ਕੋਲ ਰੱਖ ਸਕਦਾ, ਜਦੋਂ ਤੱਕ ਉਸ ਚੀਜ਼ ਨੂੰ ਰੱਖਣ ਦੀ ਉਸ ਕੋਲ ਸ਼ਕਤੀ ਹੁੰਦੀ ਹੈ। ਤਾਂ ਉਸਦਾ ਕਹਿਣਾ ਹੈ ਕਿ
ਮਨੁੱਖ ਕੋਈ ਇਕੱਲਾ ਪ੍ਰਾਣੀ ਨਹੀਂ ਹੈ, ਸ਼ਾਇਦ ਹੀ ਉਸ ਨੇ ਮਨੁੱਖੀ ਜਾਤੀ ਦੀ ਸਭ ਤੋਂ ਵੱਡੀ ਰੁਕਾਵਟ ਹੈ। ਤਾਂ ਆਤਮ ਰੱਖਿਆ ਅਤੇ ਆਪਣੀ ਸ਼ਕਤੀਸ਼ਾਲੀ ਸਹਿਜ ਪ੍ਰਵਿਰਤੀ ਅਤੇ ਆਪਣੀਆਂ ਇੱਛਾਵਾਂ ਨਾਲ ਹੋਰ ਆਨੰਦ ਦੀ ਖੋਜ ਦੇ ਵਿੱਚ ਉਹ ਜੇ ਉਹ ਇਕੱਲਾ ਹੁੰਦਾ ਤਾਂ ਸੰਸਾਰ ਦੀ ਸਥਿਤੀ ਅੱਜ ਦੀ ਸਥਿਤੀ ਤੋਂ ਵੱਖਰੀ ਹੋ ਸਕਦੀ ਸੀਗੀ। ਤਾਂ ਹੌਬਸ ਦਾ ਕਹਿਣਾ ਹੈ ਕਿ ਮਨੁੱਖ ਹੀ ਅਸਲ ਦੇ ਵਿੱਚ ਖੁਦਗਰਜ਼ ਹੈਗਾ। ਹੌਬਸ ਤਾਂ ਇਹ ਕਹਿੰਦਾ ਕਿ ਜਿਹੜਾ ਮਨੁੱਖ ਦਾ ਸੁਭਾਅ ਆ ਉਹ ਖੁਦਗਰਜ਼ ਹੈ, ਕਿ ਉਹ ਆਪਣੇ ਸਵਾਰਥ ਦੇ ਲਈ ਹੀ ਸਭ ਕੁਝ ਕਰਦਾ ਹੈ। ਉਹ ਸਿਰਫ ਆਪਣੇ ਬਾਰੇ ਹੀ ਸੋਚ ਸਕਦਾ ਹੈ ਅਤੇ ਉਹ ਉਸ ਦੀ ਜਿਹੜੀ ਲੋਕਾਂ ਦੀ ਭਲਾਈ ਕਰਨ ਦੇ ਸੰਬੰਧੀ ਉਹਦਾ ਕੋਈ ਜ਼ਿਆਦਾ ਧਿਆਨ ਨਹੀਂ ਹੈਗਾ। ਤਾਂ ਮਨੁੱਖ ਦੇ ਸੁਭਾਅ ਦਾ ਤਾਂ ਇਹ ਹਾਲ ਹੈ ਕਿ ਆਪਣੇ ਹਿੱਤਾਂ ਦੀ ਪੂਰਤੀ ਲਈ ਉਹ ਕਿਸੇ ਦੀ ਵੀ ਬਲੀ ਦੇ ਸਕਦਾ ਹੈ ਅਤੇ ਕਿਸੇ ਦੀ ਵੀ ਜਾਇਦਾਦ ਜਿਹੜੀ ਉਹਨੂੰ ਖੋਹ ਸਕਦਾ ਹੈ, ਹੜੱਪ ਕਰ ਸਕਦਾ ਹੈ। ਤਾਂ ਹੌਬਸ ਦਾ ਕਹਿਣਾ ਹੈ ਕਿ ਕੁਦਰਤੀ ਅਵਸਥਾ ਦੇ ਵਿੱਚ ਮਨੁੱਖ ਅਤੇ ਪਸ਼ੂਆਂ ਦੇ ਵਿਚਾਲੇ ਕੋਈ ਜ਼ਿਆਦਾ ਫਰਕ ਨਹੀਂ ਸੀਗਾ, ਸਗੋਂ ਉਹ ਇਸ ਤਰ੍ਹਾਂ ਪਸ਼ੂਆਂ ਵਾਲਾ ਜੀਵਨ ਬਤੀਤ ਕਰ ਰਹੇ ਸੀ ਕਿ ਕੁਦਰਤੀ ਅਵਸਥਾ ਦੇ ਵਿੱਚ ਕਿਸੇ ਕਿਸਮ ਦੀ ਤਰੱਕੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਸ ਸਮੇਂ ਉਦਯੋਗ, ਸੱਭਿਆਚਾਰ, ਜਹਾਜ਼ਰਾਨੀ, ਭਵਨ ਅਤੇ ਫਿਰ ਉਸਾਰੀ, ਆਵਾਜਾਈ ਦੇ ਸਾਧਨ, ਗਿਆਨ ਅਤੇ ਸਮਾਜ ਦੇ ਵਿੱਚ ਇਹਨਾਂ ਚੀਜ਼ਾਂ ਦੀ ਕੋਈ ਥਾਂ ਨਹੀਂ ਸੀ। ਹੌਬਸ ਦਾ ਕਹਿਣਾ ਤਾਂ ਇਹ ਆ ਕਿ ਕੁਦਰਤੀ ਅਵਸਥਾ ਦੇ ਵਿੱਚ ਨੈਤਿਕਤਾ ਵੀ ਨਹੀਂ ਹੁੰਦੀ ਸੀ, ਜਿਸ ਸਮੇਂ ਸਥਾਈ ਜਾਇਦਾਦ ਦੀ ਵੀ ਕਲਪਨਾ ਨਹੀਂ ਕੀਤੀ ਜਾ ਸਕਦੀ। ਠੀਕ ਹੈ, ਉਹ ਕਹਿੰਦਾ ਸੀ ਕਿ ਉਸ ਸਮੇਂ ਕੁਦਰਤੀ ਅਵਸਥਾ ਦੇ ਵਿੱਚ ਜਿਹੜਾ ਮਨੁੱਖ ਸੀ ਬਹੁਤ ਗੰਦਾ ਸੀਗਾ ਅਤੇ ਬਹੁਤ ਭੱਦਾ ਜਿਹੜਾ ਵਿਵਹਾਰ ਕਰਦਾ ਸੀਗਾ। ਜਦੋਂ ਕਿਸੇ ਨੂੰ ਜੀਅ ਕਰਦਾ ਸੀ ਮਾਰ ਦਿੰਦਾ ਸੀ, ਜਿਹਦੀਆਂ ਜੀਅ ਕਰਦਾ ਸੀ ਜਿਹੜੀ ਸੰਪੱਤੀ ਸੀ ਉਹ ਹੜੱਪ ਕਰ ਸਕਦਾ ਸੀ, ਹੈ ਨਾ। ਕਿ ਜਿਹੜਾ ਮਨੁੱਖ ਸੀਗਾ ਬਹੁਤ ਹੀ ਜ਼ਿਆਦਾ ਪਸ਼ੂਆਂ ਦੀ ਤਰ੍ਹਾਂ ਹੁੰਦਾ ਸੀਗਾ। ਠੀਕ ਹੈ ਜੀ। ਤਾਂ ਉਪਰੋਕਤ ਵਿਆਖਿਆ ਦੇ ਆਧਾਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਹੌਬਸ ਨੇ ਆਪਣੇ ਤਜਰਬਿਆਂ ਦੇ ਆਧਾਰ 'ਤੇ ਮਨੁੱਖ ਦੀ ਕੁਦਰਤੀ ਅਵਸਥਾ ਦੇ ਸੰਬੰਧੀ ਬਹੁਤ ਸਾਰੇ ਵਿਚਾਰ ਪੇਸ਼ ਕੀਤੇ ਨੇਗੇ। ਉਹਨੇ ਕਿਹਾ ਕਿ ਉਸ ਸਮੇਂ ਤਾਂ ਜਿਸ ਦੀ ਲਾਠੀ ਉਸ ਦੀ ਮੱਝ ਵਾਲੀ ਗੱਲ ਸੀ ਕਿ ਜਿਹੜਾ ਜ਼ਿਆਦਾ ਤਕੜਾ ਹੁੰਦਾ ਸੀ ਉਹ ਜਿਹੜੇ ਮਾੜੇ ਲੋਕਾਂ ਨੂੰ ਖ਼ਤਮ ਕਰ ਸਕਦਾ ਸੀਗਾ, ਮਾਰ ਸਕਦਾ ਸੀਗਾ। ਕਿ ਉਦੋਂ ਮਨੁੱਖ ਸੀ ਜਿਹੜਾ ਇੱਕ ਜੰਗਲੀ ਟਾਈਪ ਦਾ ਸੀਗਾ, ਕਿ ਉਹਦੇ ਵਿੱਚ ਕੋਈ ਵੀ ਮਾਨਵਤਾ ਵਾਲੀ ਭਾਵਨਾ ਨਹੀਂ ਸੀ। ਆਈ ਹੋਪ ਤੁਹਾਨੂੰ ਹੌਬਸ ਦੇ ਜੋ ਵੀ ਵਿਚਾਰ ਉਹਨੇ ਕੁਦਰਤੀ ਅਵਸਥਾ ਦੇ ਸੰਬੰਧੀ ਪੇਸ਼ ਕੀਤੇ ਨੇ ਉਹ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ, ਮੈਂ ਉਮੀਦ ਕਰਦੀ ਹਾਂ। ਸੋ ਥੈਂਕ ਯੂ।